ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਨਾ ਹੈ ਸੁਣਨ ਤੇ ਸਮਝਣ ਨਾਲ ਸੰਬੰਧਿਤ ਅਭਿਆਸ ਐਕਸਰਸਾਈਜ਼ ਫਾਰ ਲਿਸਨਿੰਗ ਸਕਿੱਲ। ਤਾਂ ਕਹਿੰਦੇ ਭਾਸ਼ਾ ਸਿੱਖਿਆ ਵਿੱਚ ਸੁਣਨ ਕੌਸ਼ਲ ਨੂੰ ਸਿਖਾਉਣ ਦੀ ਇੰਨੀ ਲੋੜ ਨਹੀਂ ਹੁੰਦੀ ਜਿੰਨੀ ਉਹਦੇ ਅਭਿਆਸ ਦੀ ਲੋੜ ਹੁੰਦੀ ਹੈ। ਤਾਂ ਅਭਿਆਸ ਕੀ ਹੈ? ਜਿਸ ਦੇ ਰਾਹੀਂ ਸਾਡੇ ਅੰਦਰ ਜਿਹੜੀ ਸੁਣਨ ਕੌਸ਼ਲ ਹੈ ਉਸ ਦਾ ਵਿਕਾਸ ਕੀਤਾ ਜਾਂਦਾ ਹੈ। ਤਾਂ ਕਹਿੰਦੇ ਇਹ ਕਹਿਣਾ ਗਲਤ ਨਹੀਂ ਕਿ ਸੁਣਨ ਦੇ ਉਚਿਤ ਅਭਿਆਸ ਵਿੱਚ ਸੁਣਨ ਕੌਸ਼ਲ ਦੀ ਸਿੱਖਿਆ ਅਤੇ ਵਿਕਾਸ ਨਿਹਿਤ ਹੈ। ਭਾਵੇਂ ਭਾਸ਼ਾ ਸਿੱਖਿਆ ਦੀ ਹਰੇਕ ਵਿਧੀ ਨਾਲ ਹੀ ਸੁਣਨ ਕੌਸ਼ਲ ਦੀ ਸਿੱਖਿਆ ਆਰੰਭ ਹੋ ਜਾਂਦੀ ਹੈ, ਜੋ ਕਿ ਨਿਰੰਤਰ ਚੱਲਦੀ ਰਹਿੰਦੀ ਹੈ, ਪਰ ਸੁਣਨ ਕੌਸ਼ਲ ਦੇ ਵਿਕਾਸ ਲਈ ਇਹ ਕਾਫੀ ਨਹੀਂ, ਸਗੋਂ ਇਸ ਦੇ ਲਈ ਕੁਝ ਹੋਰ ਵੀ ਜ਼ਰੂਰੀ ਗੱਲਾਂ ਨੇ ਜਿਨ੍ਹਾਂ ਰਾਹੀਂ ਸਾਡੇ ਸੁਣਨ ਕੌਸ਼ਲ ਦਾ ਵਿਕਾਸ ਹੁੰਦਾ ਹੈ। ਸਭ ਤੋਂ ਪਹਿਲਾਂ ਹੈਗਾ ਉੱਚੀ ਪਾਠ। ਕਹਿੰਦੇ ਉਂਝ ਤਾਂ ਜਿਹੜਾ ਉੱਚੀ ਪਾਠ ਹੈ ਇੱਕ ਵਧੀਆ ਪੜ੍ਹਨ ਦੇ ਲਈ ਕਹਿੰਦੇ ਉੱਚੀ ਪਾਠ ਨੂੰ ਬੜਾ ਹੀ ਜ਼ਰੂਰੀ ਮੰਨਿਆ ਗਿਆ, ਪਰ ਕਹਿੰਦੇ ਇਸ ਦੇ ਨਾਲ ਹੀ ਜਿਹੜਾ ਉੱਚੀ ਪਾਠ ਹੈ, ਜਦੋਂ ਕੋਈ ਉੱਚੀ ਪਾਠ ਪੜ੍ਹਦਾ ਹੈ ਤਾਂ ਉਸ ਦੇ ਨਾਲ ਸਾਡੀ ਸੁਣਨ ਅਤੇ ਸਮਝਣ ਸ਼ਕਤੀ ਦਾ ਵਿਕਾਸ ਹੈ ਜਿਹੜਾ ਉਹ ਹੁੰਦਾ ਹੈ। ਅਧਿਆਪਕ ਨੂੰ ਆਦਰਸ਼ ਵਾਚਨ ਕਰਦੇ ਸਮੇਂ ਵਿਦਿਆਰਥੀ ਦੁਆਰਾ ਵਾਚਨ ਕਰਾਉਂਦੇ ਸਮੇਂ ਵਿਦਿਆਰਥੀਆਂ ਨੂੰ ਸੁਚੇਤ ਕਰ ਦੇਣਾ ਚਾਹੀਦਾ ਹੈ ਕਿ ਉਹ ਇਸ ਨੂੰ ਧਿਆਨ ਨਾਲ ਸੁਣਨ। ਜੇਕਰ ਉਹਨਾਂ ਨੂੰ ਅਧਿਆਪਕ ਨੂੰ ਲੱਗਦਾ ਹੈ ਕਿ ਵਿਦਿਆਰਥੀ ਧਿਆਨ ਨਾਲ ਸੁਣਨ ਦੇ ਬਾਵਜੂਦ ਸ਼ੁੱਧ ਰੂਪ ਦੇ ਵਿੱਚ ਵਾਚਨ ਕਰਨ ਦੇ ਅਸਮਰੱਥ ਰਹਿੰਦਾ ਹੈ, ਭਾਵ ਉਹ ਪੜ੍ਹਨ ਦੇ ਕਾਬਲ ਨਹੀਂ ਹੁੰਦਾ, ਤਾਂ ਅਧਿਆਪਕ ਨੂੰ ਚਾਹੀਦਾ ਹੈ ਕਿ ਉਸ ਬੱਚੇ ਦੀ ਜਾਂਚ ਪੜਤਾਲ ਕਰੇ, ਉਸ ਨੂੰ ਦੇਖੇ ਕਿ ਇਸ ਦੇ ਵਿੱਚ ਕਿਸ ਚੀਜ਼ ਦੀ ਕਮੀ ਹੈ, ਇਸ ਨੂੰ ਇਹ ਸਹੀ ਤਰੀਕੇ ਨਾਲ ਸਮਝ ਕਿਉਂ ਨਹੀਂ ਰਿਹਾ। ਤਾਂ ਆਪਸੀ ਗੱਲਬਾਤ, ਕਹਿੰਦੇ ਜਦੋਂ ਦੋ ਵਿਅਕਤੀ ਆਪਸ ਦੇ ਵਿੱਚ ਗੱਲ ਕਰਦੇ ਨੇ ਤਾਂ ਵੀ ਉਹਨਾਂ ਦੇ ਅੰਦਰ ਜਿਹੜੀ ਸੁਣਨ ਕੌਸ਼ਲ ਅਤੇ ਸਮਝ ਸ਼ਕਤੀ ਦਾ ਵਿਕਾਸ ਹੁੰਦਾ ਹੈ। ਭਾਸ਼ਣ ਕੀ ਹੈ? ਅਸੀਂ ਬੋਲ ਕੇ ਕੋਈ ਲੈਕਚਰ ਦਿੰਦੇ ਹਾਂ, ਭਾਸ਼ਣ ਦਿੰਦੇ ਹਾਂ, ਤਾਂ ਜਿਹੜੇ ਦੂਸਰੇ ਨੇ ਉਸ ਨੂੰ ਸੁਣ ਰਹੇ ਨੇ, ਇੱਕ ਭਾਸ਼ਣ ਦੇ ਰਿਹਾ ਹੈ ਅਤੇ ਦੂਜੇ ਸੁਣ ਰਹੇ ਨੇ, ਤਾਂ ਉਹ ਕਿੰਨਾ ਕੁ ਸੁਣਦੇ ਨੇ, ਕਿੰਨਾ ਕੁ ਸਮਝਦੇ ਨੇ, ਤਾਂ ਇਸ ਕੌਸ਼ਲ ਦੇ ਰਾਹੀਂ ਵੀ ਜਿਹੜੀ ਸੁਣਨ ਕੌਸ਼ਲ ਅਤੇ ਸਮਝਣ ਕੌਸ਼ਲ ਦਾ ਵਿਕਾਸ ਹੁੰਦਾ ਹੈ। ਵਾਦ ਵਿਵਾਦ, ਤਾਂ ਵਾਦ ਵਿਵਾਦ ਇੱਕ ਲਾਭਦਾਇਕ ਅਤੇ ਸਾਰਥਕ ਵਿਧੀ ਹੈ ਜਿਸ ਦੇ ਰਾਹੀਂ ਵਿਦਿਆਰਥੀ ਨੇ ਜਿਹੜੇ ਉਹ ਇਸ ਵਾਦ ਵਿਵਾਦ ਦੇ ਵਿੱਚ ਬਰਾਬਰ ਦਾ ਹਿੱਸਾ ਲੈਂਦੇ ਨੇ। ਠੀਕ ਹੈ, ਤਾਂ ਆਪਾਂ ਇਸ ਨੂੰ ਕਹਿ ਦਿੰਦੇ ਹਾਂ ਡਿਬੇਟ, ਤਾਂ ਕਿ ਉਹਨਾਂ ਦੇ ਅੰਦਰ ਸਮਝ ਅਤੇ ਸੁਣਨ ਸ਼ਕਤੀ ਦਾ ਜਿਹੜਾ ਵਿਕਾਸ ਹੁੰਦਾ ਹੈ। ਪ੍ਰਸ਼ਨ ਉੱਤਰ ਵਿਧੀ ਵਿੱਚ ਕੀ ਹੈ ਕਿ ਪਹਿਲਾਂ ਕੋਈ ਵਿਦਿਆਰਥੀ ਪ੍ਰਸ਼ਨ ਨੂੰ ਧਿਆਨ ਨਾਲ ਸੁਣੇਗਾ ਅਤੇ ਫਿਰ ਹੀ ਆਪਣੇ ਸਮਝ ਦੇ ਮੁਤਾਬਕ ਉਸ ਦਾ ਉੱਤਰ ਦੇਵੇਗਾ। ਕਹਾਣੀ ਕਹਿਣਾ ਅਤੇ ਸੁਣਾਉਣਾ, ਦੇਖੋ ਛੋਟੇ ਬੱਚਿਆਂ ਨੂੰ ਦਿਲਚਸਪ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ। ਹੁਣ ਛੋਟੇ ਬੱਚਿਆਂ ਨੂੰ ਜੇ ਆਪਾਂ ਕੋਈ ਬੋਰਿੰਗ ਜਾਂ ਚੈਪਟਰ ਛੇੜ ਕੇ ਬੈਠ ਜਾਈਏ ਤਾਂ ਉਸ ਚੀਜ਼ ਨੂੰ ਉਹ ਨਹੀਂ ਸੁਣਦੇ, ਤਾਂ ਇਸ ਤਰ੍ਹਾਂ ਬੱਚੇ ਨੂੰ ਉਸ ਦੇ ਇੰਟਰਸਟ ਦੇ ਮੁਤਾਬਕ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ, ਜਿਸ ਦੇ ਨਾਲ ਉਹ ਬੜੇ ਹੀ ਪਿਆਰ ਦੇ ਨਾਲ ਜਾਂ ਧਿਆਨ ਦੇ ਨਾਲ ਉਸ ਕਹਾਣੀਆਂ ਨੂੰ ਸੁਣਦਾ ਹੈ। ਤਾਂ ਬੋਲ ਲਿਖਤ ਕੀ ਹੁੰਦੇ ਬੱਚੇ? ਆਪਾਂ ਇਸ ਨੂੰ ਕਹਿ ਦਿੰਦੇ ਡਿਕਟੇਸ਼ਨ, ਭਾਵ ਕਿ ਟੀਚਰ ਬੋਲਦਾ ਹੈ, ਬੱਚੇ ਉਸ ਨੂੰ ਲਿਖਦੇ ਨੇ। ਤਾਂ ਜੇ ਬੱਚੇ ਦੇ ਅੰਦਰ ਸੁਣਨ ਅਤੇ ਸਮਝਣ ਸ਼ਕਤੀ ਹੈ ਤਾਂ ਹੀ ਉਹ ਉਸ ਚੀਜ਼ ਨੂੰ ਕੈਚ ਕਰ ਸਕੇਗਾ। ਤਾਂ ਉਸ ਤੋਂ ਅੱਗੇ ਆ ਗਿਆ ਦੇਖਣ ਸੁਣਨ ਸਮੱਗਰੀ ਦਾ ਪ੍ਰਯੋਗ, ਆਡੀਓ ਵਿਜ਼ੂਅਲ ਏਡਸ। ਦੇਖੋ ਗ੍ਰਾਮੋਫੋਨ ਕੀ ਹੈ? ਸੁਣਨ ਕੌਸ਼ਲ ਦਾ ਵਿਕਾਸ ਕਰਨ ਲਈ ਬਹੁਤ ਲਾਭਦਾਇਕ ਹੈ। ਇਸ ਦੁਆਰਾ ਬੱਚਿਆਂ ਨੂੰ ਸੁੰਦਰ ਗੀਤ, ਕਵਿਤਾਵਾਂ ਆਦਿ ਨੇ ਜਿਹੜੀਆਂ ਉਹ ਸੁਣਾਈਆਂ ਜਾਂਦੀਆਂ ਨੇ, ਅਤੇ ਜਿਸ ਦੇ ਰਾਹੀਂ ਉਹ ਆਪਣੇ ਅੰਦਰ ਸੁਣਨ ਅਤੇ ਸਮਝਣ ਸ਼ਕਤੀ ਦਾ ਵਿਕਾਸ ਕਰਦੇ ਨੇ। ਰੇਡੀਓ ਪ੍ਰੋਗਰਾਮ, ਬੱਚਿਆਂ ਨੂੰ ਰੇਡੀਓ ਤੋਂ ਸਿੱਖਿਆ ਨਾਲ ਸੰਬੰਧਿਤ ਪ੍ਰੋਗਰਾਮ ਨੂੰ ਸੁਣਾਇਆ ਜਾ ਸਕਦਾ ਹੈ, ਤਾਂ ਜਿਸ ਦੇ ਨਾਲ ਵਿਦਿਆਰਥੀ ਨੇ ਜਿਹੜੇ ਉਸ ਦੇ ਵਿੱਚੋਂ ਜਿਹੜੀਆਂ ਉਹਨਾਂ ਨੂੰ ਵਧੀਆ ਗੱਲਾਂ ਲੱਗਦੀਆਂ ਨੇ ਜਾਂ ਜਿਹੜੀਆਂ ਗੱਲਾਂ ਉਹ ਸਮਝਦੇ ਨੇ ਤਾਂ ਉਸ ਨੂੰ ਨੋਟ ਕਰਦੇ ਨੇ। ਤਾਂ ਇਸ ਤਰ੍ਹਾਂ ਦੂਰਦਰਸ਼ਨ ਦੀ ਵਧੇਰੇ ਵਰਤੋਂ ਨੇ ਰੇਡੀਓ ਦਾ ਮਹੱਤਵ ਘਟਾ ਦਿੱਤਾ ਹੈ, ਪਰ ਸੁਣਨ ਕੌਸ਼ਲ ਦੇ ਵਿਕਾਸ ਵਿੱਚ ਇਸ ਦੀ ਸਭ ਤੋਂ ਵਧੇਰੇ ਮਹੱਤਵਪੂਰਨ ਹੈ ਜਿਹੜੀ ਉਹ ਮੰਗ ਹੈ। ਚਲਚਿੱਤਰ ਜਾਂ ਸਿਨੇਮਾ, ਦੇਖੋ ਸਿਨੇਮਾ ਜ਼ਰੂਰੀ ਨਹੀਂ ਕਿ ਆਪਾਂ ਇਸ ਦੇ ਵਿੱਚ ਫਿਲਮਾਂ ਜਾਂ ਮੂਵੀ ਵਗੈਰਾ ਵੀ ਦੇਖਦੇ ਹਾਂ, ਪਰ ਇਸ ਦੇ ਵਿੱਚ ਜਿਹੜੇ ਸਿੱਖਿਆਦਾਇਕ ਚੀਜ਼ਾਂ ਨੇ ਉਹ ਵੀ ਸਾਨੂੰ ਦਿਖਾਈਆਂ ਜਾਂਦੀਆਂ ਨੇ, ਤਾਂ ਜਿਸ ਦੇ ਨਾਲ ਵਿਦਿਆਰਥੀ ਨੇ ਜਿਹੜੇ ਇਸ ਨੂੰ ਬੜੇ ਹੀ ਇੰਟਰਸਟ ਨਾਲ ਦੇਖਦੇ ਨੇ ਅਤੇ ਉਸ ਚੀਜ਼ ਦੇ ਉਹਨਾਂ ਦਾ ਉੱਤੇ ਕਾਫੀ ਪ੍ਰਭਾਵ ਪੈਂਦਾ ਹੈ। ਟੇਪ ਰਿਕਾਰਡ ਦਾ ਇਹ ਲਾਭ ਹੈ ਕਿ ਜਿਵੇਂ ਭਾਸ਼ਣ ਜਾਂ ਕਿਸੇ ਦਾ ਕਥਨ ਚੱਲ ਰਿਹਾ ਹੋਵੇ ਉਵੇਂ ਉਸਦੀ ਆਵਾਜ਼ ਟੇਪ ਦੇ ਵਿੱਚ ਰਿਕਾਰਡ ਹੁੰਦੀ ਰਹਿੰਦੀ ਹੈ ਅਤੇ ਬੱਚੇ ਇਸ ਨੂੰ ਸੁਣਦੇ ਨੇ। ਦੂਰਦਰਸ਼ਨ ਅਤੇ ਵੀਡੀਓ, ਟੈਲੀਵਿਜ਼ਨ ਇਸ ਯੁੱਗ ਦੀ ਇੱਕ ਮਹੱਤਵਪੂਰਨ ਕਾਢ ਹੈ। ਇਸ ਦੇ ਮਾਧਿਅਮ ਰਾਹੀਂ
ਘਰ ਵਿੱਚ ਹੀ ਸਿੱਖਿਆ ਦਾ ਪ੍ਰਬੰਧ ਹੋ ਸਕਦਾ ਹੈ। ਤਾਂ ਅਧਿਆਪਕ ਨੂੰ ਚਾਹੀਦਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਦਾ ਉਚਾਰਨ ਸ਼ੁੱਧ ਹੈ ਉਹਨਾਂ ਨੂੰ ਨਿਰਦੇਸ਼ ਦੇਵੇ ਕਿ ਉਹ ਰੋਜ਼ ਆਕਾਸ਼ਵਾਣੀ ਜਾਂ ਦੂਰਦਰਸ਼ਨ ਦੇ ਸਮਾਚਾਰ ਜਾਂ ਹੋਰ ਸਿੱਖਿਆ ਸੰਬੰਧੀ ਪ੍ਰੋਗਰਾਮ ਸੁਣਿਆ ਕਰਨ। ਇਸ ਤਰ੍ਹਾਂ ਜਿਹੜਾ ਹੁਣ ਆਪਾਂ ਲੈਕਚਰ ਦੇ ਰਹੇ ਹਾਂ ਬੱਚੇ, ਇਹ ਵੀ ਆਡੀਓ ਵਿਜ਼ੂਅਲ ਦੇ ਵਿੱਚ ਆਉਂਦਾ ਹੈ ਕਿ ਤੁਸੀਂ ਵੀਡੀਓ ਸੁਣ ਰਹੇ ਹੋ, ਤਾਂ ਇਹ ਵੀ ਇੱਕ ਆਡੀਓ ਵਿਜ਼ੂਅਲ ਦੇ ਵਿੱਚ ਆ ਰਿਹਾ ਹੈ। ਤਾਂ ਉਸ ਤੋਂ ਬਾਅਦ ਆ ਗਿਆ ਸੁਣਨ ਕੌਸ਼ਲ ਦੀਆਂ ਆਦਰਸ਼ ਸਥਿਤੀਆਂ, ਕਿ ਸੁਣਨ ਕੌਸ਼ਲ ਦੀ ਜਿਹੜੀ ਵਿਧੀ ਹੈ ਉਸ ਨੂੰ ਵਧੀਆ ਕਿਵੇਂ ਬਣਾਇਆ ਜਾ ਸਕਦਾ ਜਾਂ ਉਸ ਨੂੰ ਪ੍ਰਭਾਵਸ਼ਾਲੀ ਕਿਵੇਂ ਬਣਾਇਆ ਜਾ ਸਕਦਾ ਹੈ। ਕਹਿੰਦੇ ਜੇਕਰ ਕਿਸੇ ਵਿਦਿਆਰਥੀ ਨੂੰ ਧਿਆਨਪੂਰਵਕ ਸੁਣਨ ਦੀ ਆਦਤ ਨਹੀਂ ਤਾਂ ਜਾਂ ਉਹ ਥੋੜ੍ਹੀ ਦੇਰ ਪਿੱਛੋਂ ਉੱਭ ਜਾਂਦਾ ਹੈ, ਵਿਚਾਰਾਂ ਦੀ ਵਿਭਿੰਨਤਾ ਕਾਰਨ ਖਿਝਣ ਲੱਗ ਜਾਂਦਾ ਹੈ ਜਾਂ ਸੁਣਨ ਵਿੱਚ ਉਹਦੀ ਜਿਹੜੀ ਅਸਮਰੱਥਾ ਹੈ, ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਸਦੇ ਸੁਣਨ ਕੌਸ਼ਲ ਦੇ ਲੋੜੀਂਦੇ ਪੱਧਰ ਤੱਕ ਵਿਕਾਸ ਨਹੀਂ ਹੋਇਆ। ਤਾਂ ਇਸ ਤਰ੍ਹਾਂ ਬੱਚੇ ਕੁਛ ਕੁ ਵਿਧੀਆਂ ਨੇ ਜਿਨ੍ਹਾਂ ਨੂੰ ਸੁਣਨ ਕੌਸ਼ਲ ਦੇ ਵਿਕਾਸ ਦੇ ਲਈ ਧਿਆਨ ਦੇ ਵਿੱਚ ਰੱਖਣਾ ਜ਼ਰੂਰੀ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਹੈਗਾ ਸ਼੍ਰੇਣੀ ਦਾ ਵਾਤਾਵਰਨ। ਤੁਹਾਡੇ ਕਲਾਸ ਦਾ ਵਾਤਾਵਰਨ ਕਿਵੇਂ ਦਾ ਹੈ? ਜੇ ਹੁਣ ਤੁਹਾਡੇ ਕਲਾਸ ਦੇ ਵਿੱਚ ਰੌਲਾ ਰੱਪਾ ਹੈ, ਤੁਸੀਂ ਆਪਦੇ ਵਿੱਚ ਗੱਲਾਂ ਕਰੀ ਜਾ ਰਹੇ ਹੋ, ਟੀਚਰ ਦੀ ਗੱਲ ਨਹੀਂ ਸੁਣ ਰਹੇ, ਤਾਂ ਤੁਹਾਡਾ ਵਾਤਾਵਰਨ ਜਿਹੜਾ ਕਲਾਸ ਦਾ ਉਹ ਵਧੀਆ ਨਹੀਂ ਹੈ। ਨਾ ਹੀ ਤੁਸੀਂ ਕੁਝ ਸੁਣ ਸਕਦੇ ਹੋ ਅਤੇ ਨਾ ਹੀ ਕੁਝ ਸਮਝ ਸਕਦੇ ਹੋ। ਤਾਂ ਕਹਿੰਦੇ ਵੀ ਜਿਹੜਾ ਕਲਾਸ ਦਾ ਵਾਤਾਵਰਨ ਉਹ ਬਹੁਤ ਮਹੱਤਵ ਰੱਖਦਾ ਹੈ। ਜਿਵੇਂ ਵਿਦਿਆਰਥੀਆਂ ਦੇ ਬੈਠਣ ਦੇ ਲਈ ਠੀਕ ਪ੍ਰਬੰਧ ਹੋਣਾ ਚਾਹੀਦਾ ਹੈ, ਫਰਨੀਚਰ ਅਤੇ ਹੋਰ ਸਮਾਨ ਪੂਰਾ ਹੋਣਾ ਚਾਹੀਦਾ ਹੈ, ਕਮਰੇ ਵਿੱਚ ਬਿਜਲੀ ਦਾ ਪ੍ਰਬੰਧ ਹੋਣਾ। ਪਰ ਜੇ ਸ਼੍ਰੇਣੀ ਦਾ ਵਾਤਾਵਰਨ ਕੀ ਹੈ ਕਿ ਇੱਕ ਤਾਂ ਤੁਸੀਂ ਉਸ ਚੀਜ਼ ਨੂੰ ਧਿਆਨ ਨਾਲ ਸੁਣੋ, ਬਾਕੀ ਤੁਹਾਨੂੰ ਕਲਾਸ ਦੇ ਵਿੱਚ ਪ੍ਰੋਪਰ ਫਰਨੀਚਰ ਹੋਵੇ, ਬਲੈਕ ਬੋਰਡ ਤੁਹਾਨੂੰ ਪ੍ਰੋਪਰ ਦਿਖਦਾ ਹੋਵੇ। ਕਲਾਸ ਦੇ ਵਿੱਚ ਜੇ ਗਰਮੀ ਹੋਈ, ਪੱਖੇ ਨਹੀਂ ਚੱਲ ਰਹੇ ਤੁਹਾਡੇ, ਤਾਂ ਤੁਸੀਂ ਇੰਨੀ ਇਕਾਗਰਤਾ ਪੜ੍ਹਨ ਦੇ ਵਿੱਚ ਨਹੀਂ ਬਣਾ ਸਕਦੇ ਜਿੰਨੀ ਕਿ ਤੁਹਾਨੂੰ ਚਾਹੀਦੀ ਹੈ। ਤਾਂ ਇਸ ਤਰ੍ਹਾਂ ਜਿਹੜੀ ਕਲਾਸ ਦਾ ਜਿਹੜਾ ਵਾਤਾਵਰਨ ਹੈ ਉਹ ਵੀ ਬਹੁਤ ਜ਼ਿਆਦਾ ਵਧੀਆ ਹੋਣਾ ਚਾਹੀਦਾ। ਉਸ ਤੋਂ ਬਾਅਦ ਅਧਿਆਪਕ ਦੀ ਕੀ ਭੂਮਿਕਾ ਇਸ ਦੇ ਵਿੱਚ? ਦੇਖੋ, ਸਭ ਤੋਂ ਪਹਿਲਾਂ ਅਧਿਆਪਕ ਹੈ ਜਿਹੜਾ ਉਹ ਤੁਹਾਡੇ ਲਈ ਰੋਲ ਮਾਡਲ ਦਾ ਕੰਮ ਕਰਦਾ ਹੈ। ਜੇਕਰ ਅਧਿਆਪਕ ਹੀ ਆਪਣੇ ਵਿਚਾਰਾਂ ਦੇ ਵਿੱਚ ਸਪਸ਼ਟ ਨਹੀਂ, ਤਾਂ ਉਸ ਦੀ ਜਿਹੜਾ ਉਚਾਰਨ ਹੈ ਉਹ ਸ਼ੁੱਧ ਨਹੀਂ, ਤਾਂ ਉਹ ਤੁਹਾਨੂੰ ਕੁਛ ਨਹੀਂ ਸਿਖਾ ਸਕਦਾ। ਜੇਕਰ ਉਸ ਦੇ ਅਧਿਆਪਕ ਦੇ ਤੁਹਾਡੇ ਦੇ ਕਨਸੈਪਟ ਕਲੀਅਰ ਨਹੀਂ, ਤਾਂ ਉਹ ਤੁਹਾਨੂੰ ਵਧੀਆ ਨਹੀਂ ਸਮਝਾ ਸਕਦਾ। ਤਾਂ ਇੱਕ ਅਧਿਆਪਕ ਦਾ ਬਹੁਤ ਜ਼ਿਆਦਾ ਰੋਲ ਹੈ ਕਿ ਸੁਣਨ ਸਮੱਗਰੀ ਸਰਲ ਸਪਸ਼ਟ ਅਤੇ ਵਿਦਿਆਰਥੀਆਂ ਦੀਆਂ ਮਾਨਸਿਕ ਅਤੇ ਬੌਧਿਕ ਯੋਗਤਾਵਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ। ਅਧਿਆਪਕ ਨੂੰ ਦੇਖਣਾ ਚਾਹੀਦਾ ਹੈ ਕਿ ਵਿਦਿਆਰਥੀ ਉਸ ਗੱਲਬਾਤ ਨੂੰ ਧਿਆਨ ਨਾਲ ਸੁਣ ਰਹੇ ਨੇ। ਤਾਂ ਅਧਿਆਪਕ ਕਿਵੇਂ ਦੇਖੇਗਾ? ਹੁਣ ਅਧਿਆਪਕ ਤੁਹਾਨੂੰ ਪੜ੍ਹਾ ਰਿਹਾ ਹੈ, ਤੁਹਾਡਾ ਧਿਆਨ ਕਿਤੇ ਹੋਰ ਹੈ, ਤਾਂ ਅਧਿਆਪਕ ਦਾ ਇਹ ਫਰਜ਼ ਬਣਦਾ ਹੈ ਕਿ ਵਿਚਕਾਰ ਤੁਹਾਨੂੰ ਉਹ ਕੁਐਸਚਨ ਪੁੱਛੇ, ਤਾਂ ਕਿ ਅਧਿਆਪਕ ਨੂੰ ਪਤਾ ਲੱਗੇ ਕਿ ਜਿਹੜਾ ਕੁਝ ਹੁਣ ਤੱਕ ਅਧਿਆਪਕ ਨੇ ਪੜ੍ਹਾਇਆ ਕਿ ਤੁਸੀਂ ਉਸ ਨੂੰ ਧਿਆਨ ਨਾਲ ਸੁਣ ਰਹੇ ਸੀ ਜਾਂ ਨਾ। ਤਾਂ ਸ਼੍ਰੇਣੀ ਵਿੱਚ ਲਘੂ ਭਾਸ਼ਣ, ਵਾਰਤਾਲਾਪ, ਵਾਦ ਵਿਵਾਦ, ਵਿਚਾਰ ਵਟਾਂਦਰਾ ਆਦਿ ਅਧਿਆਪਕ ਨੂੰ ਇਹ ਦੇਖਣਾ ਚਾਹੀਦਾ ਕਿ ਸਾਰੇ ਵਿਦਿਆਰਥੀ ਵਕਤਾ ਜਾਂ ਸਰੋਤੇ ਦੇ ਵਿੱਚ ਹਿੱਸਾ ਲੈ ਰਹੇ ਨੇ। ਹੁਣ ਜ਼ਰੂਰੀ ਨਹੀਂ ਕਿ ਤੁਹਾਨੂੰ ਅਧਿਆਪਕ ਹੀ ਲੈਕਚਰ ਸਟੈਂਡ 'ਤੇ ਖੜ੍ਹ ਕੇ ਪੜ੍ਹਾਈ ਜਾਊਗਾ, ਤਾਂ ਅਧਿਆਪਕ ਦਾ ਫਰਜ਼ ਬਣਦਾ ਹੈ ਕਿ ਉਹ ਤੁਹਾਡੇ ਤੋਂ ਲੈਕਚਰ ਜਾਂ ਤੁਹਾਨੂੰ ਡਿਬੇਟ ਦੇ ਵਿੱਚ ਪਾਰਟੀਸਪੇਟ ਕਰਾਵੇ ਜਾਂ ਕੋਈ ਵਿਚਾਰ ਵਟਾਂਦਰਾ ਕਲਾਸ ਦੇ ਵਿੱਚ ਕਰਾਵੇ, ਤਾਂ ਕਿ ਤੁਹਾਡੇ ਅੰਦਰ ਵੀ ਕੌਨਫੀਡੈਂਸ ਜਾਂ ਤੁਹਾਡੇ ਅੰਦਰ ਉਸ ਅਧਿਆਪਕ ਨੂੰ ਦੇਖ ਕੇ ਉਸ ਦੇ ਦੁਆਰਾ, ਜਿਵੇਂ ਆਪਾਂ ਲੈਕਚਰ ਅਧਿਆਪਕ ਦਿੰਦੇ ਤਾਂ ਉਸ ਦੁਆਰਾ ਤੁਸੀਂ ਵੀ ਉਹਨਾਂ ਚੀਜ਼ਾਂ ਦਾ ਪ੍ਰਭਾਵ ਹੈ ਜਿਹੜਾ ਉਹ ਗ੍ਰਹਿਣ ਕਰੋ। ਤਾਂ ਅਧਿਆਪਕ ਦਾ ਵਿਦਿਆਰਥੀ ਪ੍ਰਤੀ ਵਿਵਹਾਰ ਦਿਆਲਤਾ ਅਤੇ ਸਹਿਯੋਗ ਵਾਲਾ ਹੋਣਾ ਚਾਹੀਦਾ। ਤਾਂ ਇਹ ਹੈ ਕਿ ਹੁਣ ਅਧਿਆਪਕ ਹੈ, ਵਿਦਿਆਰਥੀ ਅਧਿਆਪਕ ਨੂੰ ਕੁਝ ਪੁੱਛ ਰਿਹਾ ਹੈ, ਤਾਂ ਅਧਿਆਪਕ ਦਾ ਇਹ ਫਰਜ਼ ਬਣਦਾ ਹੈ ਕਿ ਉਸ ਨੂੰ ਬੜੇ ਹੀ ਪਿਆਰ ਦੇ ਨਾਲ ਵਿਦਿਆਰਥੀ ਨੂੰ ਸਮਝਾਵੇ। ਤਾਂ ਸਭ ਤੋਂ ਮੇਨ ਰੋਲ ਇਹੀ ਹੈ ਕਿ ਅਧਿਆਪਕ ਹੈ ਜਿਹੜਾ ਉਸ ਦਾ ਵਿਦਿਆਰਥੀਆਂ ਪ੍ਰਤੀ ਜਿਹੜਾ ਵਿਵਹਾਰ ਹੈ ਉਹ ਪਿਆਰ ਭਰਿਆ ਹੋਣਾ ਚਾਹੀਦਾ ਹੈ। ਤਾਂ ਇਸ ਤਰ੍ਹਾਂ ਇਹ ਸੀਗੀਆਂ ਜਿਹੜੀਆਂ ਇੱਕ ਸੁਣਨ ਕੌਸ਼ਲ ਦੀਆਂ ਚੰਗੀਆਂ ਯੋਗਤਾਵਾਂ ਦਾ ਵਿਕਾਸ ਹੋ ਸਕਦਾ ਸੀ। ਤਾਂ ਸੁਣਨ ਅਤੇ ਸਮਝਣ ਕੌਸ਼ਲ ਦੇ ਵਿੱਚ ਧਿਆਨਯੋਗ ਕੁਛ ਗੱਲਾਂ ਨੇ, ਜਿਨ੍ਹਾਂ ਦੇ ਵਿੱਚ ਕੀ ਹੈ ਕਿ ਬੱਚਾ ਸੁਣਨ ਦੇ ਵਿੱਚ ਰੁਚੀ ਰੱਖੇ, ਬੱਚਾ ਸ਼ਾਂਤੀਪੂਰਵਕ ਕਲਾਸ ਦੇ ਵਿੱਚ ਰਹੇ, ਬੱਚੇ ਵਿੱਚ ਭਾਵ ਗ੍ਰਹਿਣ ਕਰਨ ਦੀ ਸਮਰੱਥਾ ਹੋਵੇ, ਬੱਚੇ ਨੂੰ ਪੰਜਾਬੀ ਧੁਨੀਆਂ, ਕਿਸਮਾਂ ਅਤੇ ਵਰਗੀਕਰਨ ਦਾ ਪੂਰਾ ਗਿਆਨ ਹੋਣਾ ਚਾਹੀਦਾ। ਜੇ ਉਸ ਨੂੰ ਪੰਜਾਬੀ ਭਾਸ਼ਾ ਦੀ ਧੁਨੀ ਇਹ ਨਹੀਂ ਪਤਾ, ਤਾਂ ਉਹ ਸ਼ਬਦ ਅਤੇ ਵਾਕ ਕਿਸ ਤਰ੍ਹਾਂ ਬਣਾਵੇਗਾ? ਤਾਂ ਉਸ ਨੂੰ ਸਭ ਤੋਂ ਪਹਿਲਾਂ ਪੰਜਾਬੀ ਭਾਸ਼ਾ ਦੀਆਂ ਸਾਰੀਆਂ ਧੁਨੀਆਂ ਦਾ ਚੰਗੀ ਤਰ੍ਹਾਂ ਗਿਆਨ ਹੋਣਾ ਚਾਹੀਦਾ। ਤਾਂ ਇਸ ਪ੍ਰਕਾਰ ਸੁਣਨਾ ਅਤੇ ਸਮਝਣਾ ਮਾਤ ਭਾਸ਼ਾ ਸਿੱਖਿਆ ਦਾ ਪਹਿਲਾ ਕਦਮ ਹੈ। ਇਸ ਦੇ ਰਾਹੀਂ ਵਿਦਿਆਰਥੀ ਦੇ ਅੰਦਰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਯੋਗਤਾਵਾਂ ਦਾ ਵਿਕਾਸ ਹੁੰਦਾ ਹੈ। ਜੇਕਰ ਵਿਦਿਆਰਥੀ ਸੁਣੂਗਾ ਹੀ ਨਹੀਂ, ਤਾਂ ਉਸ ਦੇ ਅੰਦਰ ਲਿਖਣ ਪੜ੍ਹਨ ਦੀਆਂ ਜਿਹੜੀਆਂ ਯੋਗਤਾਵਾਂ ਨੇ ਉਹਨਾਂ ਦਾ ਵਿਕਾਸ ਨਹੀਂ ਹੋ ਸਕਦਾ। ਤਾਂ ਇਸ ਤਰ੍ਹਾਂ ਭਾਸ਼ਾ ਸਿੱਖਿਆ ਦੇ ਅਗਲੇ ਕੌਸ਼ਲਾਂ ਦੀ ਪ੍ਰਾਪਤੀ ਤੋਂ ਪਹਿਲਾਂ ਸਭ ਤੋਂ ਪਹਿਲਾਂ ਵਿਦਿਆਰਥੀ ਨੂੰ ਇਸ ਯੋਗਤਾ ਦੇ ਵਿੱਚ, ਇਸ ਸਕਿੱਲ ਦੇ ਵਿੱਚ ਜਿਹੜਾ ਪੂਰੀ ਨਿਪੁੰਨਤਾ ਹੋਣੀ ਚਾਹੀਦੀ ਹੈ, ਤਾਂ ਹੀ ਉਹ ਦੂਜੀਆਂ ਜਿਹੜੀਆਂ ਸਕਿੱਲਸ ਨੇ ਉਹਨਾਂ ਦਾ ਪ੍ਰਯੋਗ ਕਰ ਸਕਦਾ ਹੈ। ਥੈਂਕ ਯੂ।